ਸਿੱਧੂ ਮੂਸੇਵਾਲਾ ਕੇਸ ਦੇ ਵਿੱਚ ਅੱਜ ਕੱਲ ਉਹਨਾਂ ਦੀ ਬੁਲਟ ਪ੍ਰੂਫ ਗੱਡੀ ਦੀ ਚਰਚਾ ਹੋ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਜਿੱਥੋਂ ਉਹਨਾਂ ਨੇ ਬੁਲਟ ਪ੍ਰੂਫ ਗੱਡੀ ਤਿਆਰ ਕਰਵਾਈ ਸੀ, ਕਾਤਲਾਂ ਨੇ ਉੱਥੇ ਵੀ ਆਣ ਕੇ ਰੇਕੀ ਕੀਤੀ ਸੀ ਤੇ ਜਿੱਥੋਂ ਸਿੱਧੂ ਮੂਸੇਵਾਲਾ ਨੇ ਆਪਣੀ ਗੱਡੀ ਤਿਆਰ ਕਰਵਾਈ, ਬੁਲਟ ਪ੍ਰੂਫ ਕਰਾਈ, ਅਸੀਂ ਉਸੇ ਇੰਡਸਟਰੀ ਦੇ ਬਾਹਰ ਖੜੇ ਹਾਂ। ਜਲੰਧਰ ਦੇ ਵਿੱਚ ਇੱਕੋ ਇੱਕ ਇਹ ਇੰਡਸਟਰੀ ਹੈ ਜਿੱਥੇ ਬੁਲਟ ਪ੍ਰੂਫ ਗੱਡੀਆਂ ਤਿਆਰ ਕੀਤੀਆਂ ਜਾਂਦੀਆਂ ਨੇ। 1999 ਦੀ ਇਹ ਕੰਪਨੀ ਹੈ, ਇੰਡਸਟਰੀ ਹੈ। ਇੱਥੇ ਪੰਜਾਬ ਭਰ ਦੇ ਵਿੱਚ ਕੋਈ ਅਜਿਹੀ ਇੰਡਸਟਰੀ ਨਹੀਂ ਹੈ ਜਿੱਥੇ ਗੱਡੀਆਂ ਬੁਲਟ ਪ੍ਰੂਫ ਕੀਤੀਆਂ ਜਾਂਦੀਆਂ ਨੇ। ਇੱਥੋਂ ਹੀ ਵੱਡੇ ਵੱਡੇ ਮੰਤਰੀ, ਇੱਥੋਂ ਹੀ ਵੱਡੇ ਵੱਡੇ ਸਟਾਰ, ਸਿੱਧੂ ਮੂਸੇਵਾਲਾ ਨੇ ਵੀ ਇੱਥੋਂ ਹੀ ਗੱਡੀ ਬੁਲਟ ਪ੍ਰੂਫ ਕਰਵਾਈ ਸੀ। ਤੇ ਇੱਥੋਂ ਦੇ ਮਾਲਕ ਸੰਚਿਤ ਸੋਪਤੀ ਦੇ ਨਾਲ ਸਾਡੀ ਗੱਲਬਾਤ ਹੋਈ ਫੋਨ ਦੇ ਉੱਪਰ। ਹਾਲਾਂਕਿ ਮੀਡੀਆ ਦੇ ਅੱਗੇ ਉਹ ਨਹੀਂ ਆਉਣਾ ਚਾਹੁੰਦੇ। ਉਹ ਕਹਿ ਰਹੇ ਨੇ ਕਿ ਸਿੱਧੂ ਮੂਸੇਵਾਲਾ ਦੀ ਜੋ ਗੱਡੀ ਫੋਰਚੂਨਰ ਸੀ, ਪਹਿਲੀ ਗੱਲ ਤੇ ਇਹ ਕਿ ਸਿੱਧੂ ਮੂਸੇਵਾਲਾ ਦੇ ਨਾਮ ਦੇ ਉੱਪਰ ਉਹ ਗੱਡੀ ਹੈ ਹੀ ਨਹੀਂ ਸੀ। ਦੂਜੀ ਗੱਲ ਇਹ ਹੈ ਕਿ ਕੋਈ ਜੇਕਰ ਕਹਿੰਦਾ ਕਿ ਸਾਡੇ ਕੋਲ ਕੋਈ ਆਵੇ ਕਿਸੇ ਬਾਰੇ ਪੁੱਛਗਿੱਛ ਦੇ ਲਈ ਤਾਂ ਅਸੀਂ ਇਹ ਇਨਫੋਰਮੇਸ਼ਨ ਲੀਕ ਨਹੀਂ ਕਰਦੇ ਕਿ ਗੱਡੀ ਕਿਸ ਦੀ ਤਿਆਰ ਕਰ ਰਹੇ ਹਾਂ, ਗੱਡੀ ਕਿਵੇਂ ਤਿਆਰ ਕਰ ਰਹੇ ਹਾਂ। ਇਹ ਸਾਰੀ ਇਨਫੋਰਮੇਸ਼ਨ ਅਸੀਂ ਨਹੀਂ ਦਿੰਦੇ। ਉਦਾਹਰਨ ਦੇ ਤੌਰ ਦੇ ਉੱਪਰ ਜੇਕਰ ਕਦੀ ਵੀ ਅਸੀਂ ਵੀ ਕੋਈ ਸਰਵਿਸ ਲਈ ਗੱਡੀ ਲੈ ਕੇ ਜਾਂਦੇ ਹਾਂ ਤਾਂ ਕੋਈ ਦੂਸਰਾ ਬੰਦਾ ਸਾਡੀ ਗੱਡੀ ਬਾਰੇ ਪੁੱਛਗਿੱਛ ਕਰੇ ਤਾਂ ਕੰਪਨੀ ਕਦੀ ਵੀ ਉਸ ਇਨਫੋਰਮੇਸ਼ਨ ਉਸ ਦੇ ਬਾਰੇ ਨਹੀਂ ਦਿੰਦੀ। ਹਾਲਾਂਕਿ ਇਹ ਮੀਡੀਆ ਰਿਪੋਰਟਾਂ ਦੇ ਵਿੱਚ ਇਹ ਗੱਲ ਆ ਰਹੀ ਹੈ ਕਿ ਜਿਹੜੀ ਸਿੱਧੂ ਮੂਸੇਵਾਲਾ ਦੀ ਬੁਲਟ ਪ੍ਰੂਫ ਫੋਰਚੂਨਰ ਸੀਗੀ ਉਸ ਦੀ ਰੇਕੀ ਹੋਈ ਹੈ। ਤਾਂ ਅਸੀਂ ਤੁਹਾਨੂੰ ਤਸਵੀਰਾਂ ਇਹੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਸੇ ਇੰਡਸਟਰੀ ਦੇ ਬਾਹਰ ਖੜੇ ਹਾਂ। ਲਗਾਤਾਰ ਸਾਡੀ ਜਿਹੜੀ ਉਹਨਾਂ ਦੇ ਨਾਲ ਗੱਲਬਾਤ ਹੋਈ, ਜਿਹੜੇ ਇੱਥੋਂ ਦੇ MD ਨੇ, ਤਾਂ ਉਹ ਇਹੀ ਗੱਲ ਆਖ ਰਹੇ ਨੇ ਕਿ ਸਾਡੇ ਕੋਲ ਕੋਈ ਵੀ ਵਿਅਕਤੀ ਸਿੱਧੂ ਮੂਸੇਵਾਲਾ ਦਾ ਨਾਮ ਲੈ ਕੇ ਕੋਈ ਵੀ ਪੁੱਛਗਿੱਛ ਕਰਨ ਦੇ ਲਈ ਨਹੀਂ ਆਇਆ। ਅਗਰ ਕੋਈ ਆਉਂਦਾ ਵੀ ਤਾਂ ਅਸੀਂ ਉਸ ਨੂੰ ਜਾਣਕਾਰੀ ਇਸ ਤਰੀਕੇ ਨਾਲ ਨਹੀਂ ਦਿੰਦੇ। ਤਾਂ ਸਾਡੇ ਵੱਲੋਂ ਜਿਹੜਾ ਅਗਲਾ ਸਵਾਲ ਉਹਨਾਂ ਨੂੰ ਕੀਤਾ ਗਿਆ, ਇਹ ਪੁੱਛਿਆ ਗਿਆ ਕਿ ਸਿੱਧੂ ਮੂਸੇਵਾਲਾ ਦੀ ਗੱਡੀ ਜਿਹੜੀ ਹੈ ਉਹ ਬੁਲਟ ਪ੍ਰੂਫ ਕਿੰਨੀ ਪਰਸੈਂਟੇਜ ਸੀਗੀ ਜਾਂ ਕਿੰਨੇ ਉਹਦੇ ਸ਼ੀਸ਼ੇ ਸੀਗੇ ਜਾਂ ਸਾਰੀ ਗੱਡੀ ਬੁਲਟ ਪ੍ਰੂਫ ਸੀਗੀ, ਇਸ ਦੇ ਬਾਰੇ ਵੀ ਜਾਣਕਾਰੀ ਉਹਨਾਂ ਨੇ ਨਹੀਂ ਦਿੱਤੀ। ਤਾਂ ਵੱਡੀ ਗੱਲ ਇਹੀ ਦੱਸੀ ਕਿ ਸਿੱਧੂ ਮੂਸੇਵਾਲਾ ਦੀ ਜਿਹੜੀ ਗੱਡੀ ਹੈ ਉਹ ਉਹਨਾਂ ਦੇ ਨਾਮ ਤੇ ਨਹੀਂ ਸੀਗੀ, ਇਸ ਕਰਕੇ ਅਸੀਂ ਕਿਸੇ ਨੂੰ ਵੀ ਜਾਣਕਾਰੀ ਜਿਹੜੀ ਹੈ ਨਹੀਂ ਦਿੱਤੀ। ਤਾਂ ਉਦਾਹਰਨ ਦੇ ਤੌਰ ਦੇ ਉੱਪਰ ਉਹਨਾਂ ਨੇ ਇਹ ਵੀ ਗੱਲਾਂ ਨਾਲ ਦੀ ਨਾਲ ਹੀ ਆਖੀਆਂ ਕਿ ਜਿਵੇਂ ਮੰਨ ਲਓ ਕਿ ਕੋਈ ਗੱਡੀ ਸਾਡੇ ਕੋਲ ਤਿਆਰ ਕਰਵਾਉਣ ਦੇ ਲਈ ਆਉਂਦਾ ਜਾਂ ਸਾਡੇ ਕੋਲ ਕੋਈ ਪੁੱਛਗਿੱਛ ਦੇ ਲਈ ਆਉਂਦਾ ਤਾਂ ਰੇਟ ਕੋਟੇਸ਼ਨ ਜਿਹੜੀ ਹੈ ਉਹ ਅਸੀਂ ਪਹਿਲਾਂ ਹੀ ਨੈੱਟ ਦੇ ਉੱਪਰ ਪਾਈ ਹੋਈ ਹੈ। ਕਿਉਂਕਿ ਜਿਵੇਂ ਪਹਿਲਾਂ ਦੱਸਿਆ ਕਿ ਪੰਜਾਬ ਦੇ ਵਿੱਚ ਇੱਕੋ ਇੱਕ ਇੰਡਸਟਰੀ ਹੈ ਜਿੱਥੇ ਬੁਲਟ ਪ੍ਰੂਫ ਗੱਡੀਆਂ ਤਿਆਰ ਕੀਤੀਆਂ ਜਾਂਦੀਆਂ ਨੇ। ਤਾਂ ਰੇਟ ਲਿਸਟ ਜਿਹੜੀ ਹੈ ਉਹ ਕੋਈ ਵੀ ਆਣ ਕੇ ਪੁੱਛ ਸਕਦਾ ਹੈ, ਕੋਈ ਵੀ ਸਾਡਾ ਜਿਹੜਾ ਇੰਟਰਨੈਟ ਤੋਂ ਪ੍ਰਕਿਰਿਆ ਹੈਗੀ ਹੈ ਉਸ ਨੂੰ ਜਾਣ ਸਕਦਾ। ਜਿਵੇਂ ਉਹਨਾਂ ਨੇ ਦੱਸਿਆ ਕਿ 7 ਤੋਂ 8 ਲੱਖ ਰੁਪਏ ਤੋਂ ਸ਼ੁਰੂ ਹੋ ਕੇ 25 ਤੋਂ 30 ਲੱਖ ਰੁਪਏ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਅਸੀਂ ਬੁਲਟ ਪ੍ਰੂਫ ਕਰਦੇ ਹਾਂ। ਇਸ ਦੇ ਵਿੱਚ ਜਿਵੇਂ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਵੇਂ ਫਰੰਟ ਸ਼ੀਸ਼ਾ ਆ ਜਾਂਦਾ, ਸਾਈਡ ਵਾਲੇ ਸ਼ੀਸ਼ੇ ਆ ਜਾਂਦੇ, ਪਿੱਛੇ ਵਾਲੇ ਸ਼ੀਸ਼ੇ ਆ ਜਾਂਦੇ। ਜੇ ਫੁੱਲ ਕਰਨੀ ਹੈ ਤਾਂ ਪੂਰਾ ਰੇਟ ਜਿਹੜਾ ਹੈ 25 ਤੋਂ 30 ਲੱਖ ਰੁਪਇਆ ਹੈਗਾ। ਤਾਂ ਹੁਣ ਸਿੱਧੂ ਮੂਸੇਵਾਲਾ ਨੇ ਗੱਡੀ ਨੂੰ ਕਿਸ ਤਰੀਕੇ ਨਾਲ ਬੁਲਟ ਪ੍ਰੂਫ ਕਰਵਾਇਆ ਸੀ, ਇਹੀ ਜਾਣਨ ਦੇ ਲਈ ਜਿਸ ਤਰੀਕੇ ਨਾਲ ਦਿੱਲੀ ਪੁਲਿਸ ਦੇ ਵੱਲੋਂ ਇਹ ਕਿਹਾ ਗਿਆ ਕਿ ਰੇਕੀ ਕਰਨ ਦੇ ਲਈ ਇੱਥੇ ਲੋਕ ਜਿਹੜੇ ਉਹ ਕਾਤਲ ਸੀਗੇ ਉਹ ਪਹੁੰਚੇ ਸੀਗੇ, ਪਰ ਇਹਨਾਂ ਦੇ ਵੱਲੋਂ ਇੰਡਸਟਰੀ ਦੇ MD ਦੇ ਵੱਲੋਂ ਇਹ ਸਾਫ਼ ਤੌਰ ਦੇ ਉੱਪਰ ਮਨਾ ਕਰ ਦਿੱਤਾ ਗਿਆ ਕਿ ਸਾਡੇ ਕੋਲੋਂ ਨਾ ਤਾਂ ਕੋਈ ਇੱਥੇ ਪੁੱਛਣ ਆਇਆ, ਨਾ ਸਿੱਧੂ ਮੂਸੇਵਾਲਾ ਦਾ ਨਾਮ ਲੈ ਕੇ ਕੋਈ ਜਾਣਕਾਰੀ ਲੈਣ ਆਇਆ। ਕਦੀ ਵੀ ਕੋਈ ਇਸ ਤਰੀਕੇ ਦੀ ਜਿਹੜੀ ਹੈ ਇਨਫੋਰਮੇਸ਼ਨ ਸਾਡੇ ਵੱਲੋਂ ਲੀਕ ਨਹੀਂ ਕੀਤੀ ਗਈ। ਹੁਣ ਦੂਸਰੀ ਗੱਲ ਇਹ ਆਉਂਦੀ ਹੈ ਕਿ ਜੇਕਰ ਤੁਸੀਂ ਆਪਣੀ ਗੱਡੀ ਨੂੰ ਬੁਲਟ ਪ੍ਰੂਫ ਕਰਾਉਣਾ ਤਾਂ ਉਸ ਦੀ ਪ੍ਰਕਿਰਿਆ ਕੀ ਹੁੰਦੀ ਹੈ। ਇਸ ਦੀ ਵੀ ਇੱਕ ਲੰਬੀ ਚੌੜੀ ਪ੍ਰਕਿਰਿਆ ਹੈ। ਤੁਹਾਨੂੰ ਇਸ ਦੇ ਵਿੱਚ ਵੀ ਜਿਹੜੀ ਗ੍ਰਹਿ ਮੰਤਰਾਲੇ ਦੀ ਪਰਮਿਸ਼ਨ ਲੈਣੀ ਪਊਗੀ, ਗ੍ਰਹਿ ਮੰਤਰਾਲੇ ਦੀ ਪਰਮਿਸ਼ਨ ਲੈਣੀ ਪਊਗੀ, ਦੱਸਣਾ ਪਊਗਾ ਕਿਉਂ ਕਰਵਾ ਰਹੇ ਹੋ, ਕੋਈ ਥ੍ਰੈਟ ਹੈ ਜਾਂ ਫਿਰ ਤੁਸੀਂ ਸਟਾਰ ਹੋ ਜਾਂ ਫਿਰ ਕੋਈ ਪੋਲੀਟੀਕਲ ਬੰਦਾ ਹੈ, ਤਾਂ ਇਸ ਨੂੰ ਵੀ ਗ੍ਰਹਿ ਮੰਤਰਾਲੇ ਦੀ ਪਰਮਿਸ਼ਨ ਲੈਣੀ ਪੈਂਦੀ ਹੈ। ਹੁਣ ਜਿਸ ਤਰੀਕੇ ਨਾਲ ਅਸੀਂ ਸੰਚਿਤ ਹੋਣਾ ਨੂੰ ਪੁੱਛਿਆ ਕਿ ਕੋਈ ਆਮ ਬੰਦਾ ਆ ਕੇ ਤੁਹਾਡੀ ਇੰਡਸਟਰੀ ਦੇ ਵਿੱਚ ਆਪਣੀ ਗੱਡੀ ਲਿਆ ਸਕਦਾ, ਕੋਈ ਅੰਦਰ ਵਾੜ ਕੇ ਕੋਈ ਵੀ ਜਾਣਕਾਰੀ ਲੈ ਸਕਦਾ, ਤੇ ਉਹਨਾਂ ਨੇ ਇਹ ਗੱਲ ਜ਼ਰੂਰ ਆਖੀ ਕਿ ਕੋਈ ਵੀ ਵਿਅਕਤੀ ਜਿਹੜਾ ਹੈ ਉਹ ਸਾਡੇ ਕੋਲ ਇੱਥੇ ਆ ਸਕਦਾ ਹੈ, ਪੂਰੀ ਜਾਣਕਾਰੀ ਲੈ ਸਕਦਾ ਆਪਣੀ ਗੱਡੀ ਦੇ ਹਿਸਾਬ ਦੇ ਨਾਲ ਕਿ ਤੁਸੀਂ ਗੱਡੀ ਦੇ ਵਿੱਚ ਕਿਹੜਾ ਸ਼ੀਸ਼ਾ ਕਰਵਾਉਣਾ ਬੁਲਟ ਪ੍ਰੂਫ, ਕਿਹੜਾ ਬੋਨਟ ਕਰਾਉਣਾ, ਅੱਗੋਂ ਕਰਾਉਣੀ, ਪਿੱਛੋਂ ਕਰਾਉਣੀ, ਇਹ ਚੀਜ਼ਾਂ ਅਸੀਂ ਦੱਸ ਦਿੰਦੇ ਹਾਂ। ਪਰ ਅਸੀਂ ਗੱਡੀ ਉਦੋਂ ਤੱਕ ਬੁਲਟ ਪ੍ਰੂਫ ਨਹੀਂ ਕਰਦੇ ਜਦੋਂ ਤੱਕ ਸਾਡੇ ਕੋਲ ਗ੍ਰਹਿ ਵਿਭਾਗ ਤੋਂ ਉਹਨਾਂ ਦੀ ਚਿੱਠੀ ਨਹੀਂ ਆ ਜਾਂਦੀ ਜਾਂ ਮਨਜ਼ੂਰੀ ਨਹੀਂ ਆ ਜਾਂਦੀ। ਉਦੋਂ ਤੱਕ ਅਸੀਂ ਬੁਲਟ ਪ੍ਰੂਫ ਜਿਹੜੀਆਂ ਗੱਡੀਆਂ ਨੇ ਉਦੋਂ ਤੱਕ ਉਹਨੂੰ ਨਹੀਂ ਕਰਦੇ। ਭਾਵ ਕਿ ਤੁਹਾਨੂੰ ਸਰਕਾਰ ਕੋਲੋਂ ਪਰਮਿਸ਼ਨ ਲੈਣੀ ਪੈਂਦੀ ਹੈ ਕਿ ਗੱਡੀ ਤੁਸੀਂ ਬੁਲਟ ਪ੍ਰੂਫ ਕਰਵਾਉਣੀ ਆ, ਤਾਂ ਇਸ ਦੇ ਰੀਜ਼ਨ ਦੱਸਣੇ ਪੈਂਦੇ ਆ। ਹੁਣ ਗੱਡੀ ਬੁਲਟ ਪ੍ਰੂਫ ਕੌਣ ਕਰਵਾ ਸਕਦਾ? ਗੱਡੀ ਬੁਲਟ ਪ੍ਰੂਫ ਕੋਈ ਵੀ ਕਰਵਾ ਸਕਦਾ ਹੈ, ਪਰ ਤੁਹਾਡਾ ਬੈਕਗਰਾਉਂਡ ਕ੍ਰਿਮੀਨਲ ਨਹੀਂ ਹੋਣਾ ਚਾਹੀਦਾ, ਤੁਹਾਡਾ ਬੈਕਗਰਾਉਂਡ ਕ੍ਰਿਮੀਨਲ ਨਹੀਂ ਹੋਣਾ ਚਾਹੀਦਾ। ਇਸ ਕਰਕੇ ਤੁਸੀਂ ਆਪਣੇ ਬਿਹਾਵ ਦੇ ਉੱਤੇ ਆਪਣੀ ਸੁਰੱਖਿਆ ਦੇ ਲਈ ਕੋਈ ਵੀ ਜਿਹੜੀ ਹੈ ਗੱਡੀ ਨੂੰ ਬੁਲਟ ਪ੍ਰੂਫ ਕਰਵਾ ਸਕਦਾ ਹੈ, ਆਮ ਬੰਦਾ ਵੀ ਕਰਵਾ ਸਕਦਾ ਹੈ, ਕਿਉਂਕਿ ਆਪਣੀ ਸੁਰੱਖਿਆ ਆਪਣੇ ਹੱਥ ਹੁੰਦੀ ਅੱਜ ਕੱਲ੍ਹ ਜੋ ਪੰਜਾਬ ਦੇ ਵਿੱਚ ਮਾਹੌਲ ਬਣਿਆ ਪਿਆ। ਤਾਂ ਹੁਣ
तीसरी गल ये आउंदी है कि तुसी बुलेट प्रूफ जे गड्डी करवा ली तो की तुसी सुरक्षित हो ਜਾਂ नहीं। ये भी गल असीं उन्होंने पूछी कि संबित होना नूं कि तुसी जेकर बुलेट प्रूफ गड्डी कर दिंदे हो ਤਾਂ ਕੀ ਤੁਹਾਡੀ ਜਿਹੜੀ ਗੱਡੀ ਦੇ ਉੱਪਰ ਜਿਹੜੇ ਤੁਸੀਂ ਬੁਲਟ ਪ੍ਰੂਫ ਸ਼ੀਸ਼ੇ ਬਣਾਉਂਦੇ ਹੋ ਕੀ ਉਸ ਦੇ ਉੱਪਰ ਗੱਡੀਆਂ ਦੀ ਗੋਲੀਆਂ ਦੀ ਮਾਰ ਕਿੰਨੀ ਕੁ ਪੈਂਦੀ ਹੈ। ਕਿਉਂਕਿ ਇਹ ਸਵਾਲ ਸਾਰਿਆਂ ਦੇ ਮਨਾਂ ਦੇ ਵਿੱਚ ਹੈ ਕਿ ਜੇ ਸਿੱਧੂ ਮੂਸੇਵਾਲਾ ਆਪਣੀ ਫੋਰਚੂਨਰ ਬੁਲਟ ਪ੍ਰੂਫ ਲੈ ਕੇ ਜਾਂਦਾ ਤਾਂ ਕੀ ਉਹ ਬਚ ਜਾਣਾ ਸੀ। ਤਾਂ ਇਹ ਵੀ ਗੱਲ ਉਹਨਾਂ ਨੇ ਆਖੀ ਕਿ ਇਹ ਸਭ ਕੁਝ ਫਿਲਮਾਂ ਦੇ ਵਿੱਚ ਦਿਖਾਇਆ ਜਾਂਦਾ ਕਿ 100 ਗੋਲੀ ਮਾਰ ਦਿੱਤੀ ਜਾਂਦੀ ਹੈ ਬੁਲਟ ਪ੍ਰੂਫ ਸ਼ੀਸ਼ਿਆਂ ਦੇ ਉੱਪਰ ਪਰ ਸ਼ੀਸ਼ੇ ਨਹੀਂ ਟੁੱਟਦੇ। ਇਹਨਾਂ ਦੇ ਵੀ ਉਹਨਾਂ ਨੇ ਦੱਸਿਆ ਕਿ ਲੈਵਲ ਹੁੰਦੇ ਆ ਕਿ ਸ਼ੀਸ਼ਿਆਂ ਦੇ ਲੈਵਲ ਹੁੰਦੇ ਆ ਕਿ ਜਿਸ ਹਿਸਾਬ ਦੇ ਨਾਲ ਜੇ ਉਹ ਥੋੜਾ ਕਮਜ਼ੋਰ ਹੋਵੇ ਜਾਂ ਘੱਟ ਰੇਟ ਵਾਲਾ ਹੋਵੇ ਤੇ ਉਸ ਦੇ ਉੱਪਰ ਗੋਲੀ ਦੀ ਮਾਰ ਪੈ ਸਕਦੀ ਹੁੰਦੀ ਆ। ਜਦੋਂ ਉਹਨਾਂ ਨੂੰ AN-94 ਬਾਰੇ ਪੁੱਛਿਆ ਕਿ ਇਹ ਕਿਹਾ ਜਾ ਰਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਇਹ AN-94 ਵਰਤੀ ਗਈ ਹੈ ਕਿ ਉਹਨਾਂ ਦੀ ਬੁਲਟ ਪ੍ਰੂਫ ਗੱਡੀ ਦੇ ਉੱਪਰ ਮਾਰ ਪੈ ਸਕਦੀ ਸੀ। ਹਾਲਾਂਕਿ ਉਹਨਾਂ ਨੇ ਇਹ ਗੱਲ ਤੇ ਆਖ ਦਿੱਤੀ ਕਿ ਇਹ ਬੰਦੂਕ ਤਾਂ ਮੈਂ ਪਹਿਲੀ ਵਾਰੀ ਸੁਣੀ ਆ ਪਰ ਜੇ ਇੱਕੋ ਸ਼ੀਸ਼ੇ ਦੇ ਉੱਪਰ ਲਗਾਤਾਰ ਤੁਸੀਂ ਗੋਲੀਆਂ ਮਾਰੀ ਜਾਓਗੇ ਤਾਂ ਸ਼ੀਸ਼ਾ ਬ੍ਰੇਕ ਹੋ ਸਕਦਾ ਹੈ। ਤਾਂ ਹੁਣ ਜਿਵੇਂ ਚਰਚਾ ਹੋ ਰਹੀ ਹੈ ਕਿ AN-94 ਜਿਹੜੀ ਆ ਉਹ ਇਸ ਹਮਲੇ ਦੇ ਵਿੱਚ ਵਰਤੀ ਗਈ ਉਹਦੇ ਨਾਲ ਸਿੱਧੂ ਮੂਸੇਵਾਲਾ ਨੂੰ ਮਾਰਿਆ ਗਿਆ ਤਾਂ ਫਿਰ ਕਾਤਲ ਆਪਣੀ ਤਿਆਰੀ ਪੂਰੀ ਕੱਸ ਕੇ ਆਏ ਸੀ ਕਿ ਜੇ ਸਿੱਧੂ ਮੂਸੇਵਾਲਾ ਬੁਲਟ ਪ੍ਰੂਫ ਗੱਡੀ ਵੀ ਲੈ ਕੇ ਆਊਗਾ ਤਾਂ ਅਸੀਂ ਇੱਕੋ ਸ਼ੀਸ਼ੇ ਦੇ ਉੱਪਰ ਮਾਰ ਕੇ ਗੋਲੀਆਂ ਤਾਂ ਉਸ ਨੂੰ ਵੀ ਬ੍ਰੇਕ ਕਰ ਦਿਆਂਗੇ। ਭਾਵ ਕਿ ਇੱਥੋਂ ਤੱਕ ਜਿਹੜੀ ਤਿਆਰੀ ਹੈ ਉਹ ਕਾਤਲ ਕਰਕੇ ਆਏ ਸੀਗੇ। ਤਾਂ ਇਹ ਕੁੱਲ ਮਿਲਾ ਕੇ ਇਨਸੀਡੈਂਸ ਹੋ ਰਿਹਾ ਹੈ ਕਿ ਹੁਣ ਕੇਸ ਸਾਰਾ ਸਿੱਧੂ ਮੂਸੇਵਾਲਾ ਦੀ ਗੱਡੀ ਦੇ ਉੱਪਰ ਘੁੰਮ ਰਿਹਾ ਹੈ ਕਿ ਉਸ ਨੂੰ ਲਿਜਾਣੀ ਚਾਹੀਦੀ ਸੀ ਨਹੀਂ ਲਿਜਾਣੀ ਚਾਹੀਦੀ ਸੀ। ਕਾਤਲਾਂ ਨੇ ਇਸ ਦੀ ਵੀ ਰੇਕੀ ਕੀਤੀ। ਅਗਰ ਪੁਲਿਸ ਦੀ ਗੱਲ ਠੀਕ ਹੈ ਤਾਂ ਉਹ ਰੇਕੀ ਵਾਲੀ ਜਗ੍ਹਾ ਇਹੀ ਹੈ, ਇਹੀ ਇੰਡਸਟਰੀ ਦੇ ਅਸੀਂ ਬਾਹਰ ਖੜੇ ਹਾਂ। ਹਾਲਾਂਕਿ ਅੰਦਰ ਉਹਨਾਂ ਨੇ ਕਿਹਾ ਕਿ ਤੁਸੀਂ ਕੈਮਰਾ ਨਾ ਚਲਾਓ, ਆਫੀਸ਼ੀਅਲਸ ਨੇ ਸਾਨੂੰ ਮਨਾ ਕੀਤਾ ਹੋਇਆ, ਅਸੀਂ ਬਾਈਟ ਨਹੀਂ ਦੇਣੀ ਕਿਸੇ ਨੂੰ, ਅਸੀਂ ਮੀਡੀਆ ਦੇ ਸਾਹਮਣੇ ਨਹੀਂ ਆਉਣਾ। ਪਰ ਜੇ ਰੇਕੀ ਹੋਈ ਹੈ ਤੇ ਇਸੇ ਜਗ੍ਹਾ ਤੋਂ ਹੋਈ ਹੈ। ਹਾਲਾਂਕਿ ਇੱਥੋਂ ਦੇ MD ਨੇ ਸਾਫ਼ ਤੌਰ ਦੇ ਉੱਪਰ ਮਨਾ ਕਰ ਦਿੱਤਾ ਕਿ ਸਾਡੇ ਕੋਲ ਅਜਿਹੀ ਕੋਈ ਵੀ ਜਿਹੜੀ ਹੈ ਇਨਫੋਰਮੇਸ਼ਨ ਲੈਣ ਦੇ ਲਈ ਕੋਈ ਵੀ ਵਿਅਕਤੀ ਨਹੀਂ ਸੀ ਆਇਆ। ਹੁਣ ਕੁੱਲ ਮਿਲਾ ਕੇ ਇਹੀ ਹੈ ਕਿ ਜੋ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਾਰਵਾਈ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਹੁਣ ਇਹਨਾਂ ਦੇ MD ਨੂੰ ਵੀ ਸ਼ਾਮਲ ਹੋਣਾ ਪਵੇਗਾ। ਉਹਨਾਂ ਦੇ ਕੋਲੋਂ ਵੀ ਪੁੱਛਗਿੱਛ ਹੋਵੇਗੀ ਕਿ ਕੀ ਤੁਹਾਡੇ ਕੋਲ ਕਿਸ ਤਰੀਕੇ ਦੀ ਰੇਕੀ ਹੋਈ, ਕੀ ਉਹ ਬੰਦੇ ਤੁਹਾਡੀ ਇੰਡਸਟਰੀ ਤੋਂ ਇੱਥੋਂ ਬਾਹਰੋਂ ਹੋ ਕੇ ਗਏ, ਅੰਦਰੋਂ ਹੋ ਕੇ ਗਏ ਜਾਂ ਫਿਰ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਲਈ ਕਿਸੇ ਨੇ ਇੱਥੋਂ ਇਨਫੋਰਮੇਸ਼ਨ ਲੀਕ ਕੀਤੀ। ਇਹ ਕਾਰਵਾਈ ਦਾ ਵਿਸ਼ਾ ਹੈ। ਇਹ ਕਾਰਵਾਈ ਹੋਣ ਤੋਂ ਬਾਅਦ ਹੀ ਸਾਰੀਆਂ ਗੱਲਾਂ ਸਾਹਮਣੇ ਆਉਣਗੀਆਂ। ਫਿਲਹਾਲ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਰੇਕੀ ਦੀ ਗੱਲ ਉਹ ਜੋ ਇੱਥੋਂ ਦੇ MD ਨੇ ਸੰਚਿਤ ਹੋਣੀ ਉਹਨਾਂ ਨੇ ਸਾਫ਼ ਤੌਰ ਦੇ ਉੱਪਰ ਮਨਾ ਕਰ ਦਿੱਤਾ ਕਿ ਇੱਥੋਂ ਅਸੀਂ ਇਨਫੋਰਮੇਸ਼ਨ ਕਿਸੇ ਵੀ ਪ੍ਰਕਾਰ ਦੀ ਕਿਸੇ ਨੂੰ ਨਹੀਂ ਦਿੰਦੇ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ।